Good morning, everyone. Yesterday, we have discussed about Werner's theory of coordination compounds. Today, we are going to discuss. Ashikal, everybody. Today, we are going to discuss what is a coordination entity. We will discuss the basic definitions. First of all, we will discuss what is a coordination entity. See the definition. The coordination entity constitutes a central metal atom or ion bonded to a fixed number of oppositely charged ions or neutral molecules. Coordination entity ਦੇ ਵਿੱਚ ਇੱਕ central metal atom ਹੁੰਦਾ, ਠੀਕ ਹੈ, ਜਿਹੜਾ ਕਿ bonded ਹੁੰਦਾ ਹੈਗਾ fixed number of oppositely charged ions ਜਾਂ neutral molecules ਦੇ ਨਾਲ. For example, ਆਪਣੇ ਕੋਲ ਹੈਗਾ CO, Cl2, Cl3, sorry, Cl3, NH3 thrice, ठीक है जी। ਤਾਂ ਉਹ ਕਹਿੰਦਾ ਕੋਆਰਡੀਨੇਸ਼ਨ ਐਂਟੀਟੀ ਜਾਂ ਕੰਪਲੈਕਸ ਆਇਨ ਕੀ ਹੁੰਦਾ ਹੈਗਾ, ਆ ਕੋਬਾਲਟ ਹੈ, ਸੈਂਟਰਲ ਮੈਟਲ ਐਟਮ, ਤੇ ਇਹਦੇ ਨਾਲ ਫਿਕਸਡ ਨੰਬਰ ਆਫ oppositely charged ions मतलब कि negatively charged ion ਜਾਂ neutral molecule ਜਿਹੜੇ ਆ ਉਹ ਅਟੈਚ ਹੋਣਗੇ, ਜਿਵੇਂ ਤਿੰਨ ਆਪਣੇ ਕੋਲ Cl ਦੇ ਆ, ਤਿੰਨ ਹੀ NH3 ਅਮਾਈਨ ਦੇ ਆ, ਠੀਕ ਹੈ। ਤਾਂ ਨੈਕਸਟ ਉਹਨੇ ਕਿਹਾ ਵੀ ਸੈਂਟਰਲ ਮੈਟਲ ਐਟਮ ਔਰ ਆਇਨ ਐਂਡ ਦਾ ਮੋਲੀਕਿਊਲਸ ਔਰ ਆਇਨਸ ਬੌਂਡਡ ਟੂ ਇਟ ਆਰ ਐਨਕਲੋਜ਼ਡ ਇਨ ਅ ਸਕੁਆਇਰ ਬ੍ਰੈਕਟ। ਇਹਨੂੰ ਆਪਾਂ ਇੱਕ ਸਕੁਆਇਰ ਬ੍ਰੈਕਟ ਦੇ ਵਿੱਚ ਬੰਦ ਕਰ ਦਿੰਨੇ ਆ ਤੇ ਇਹਨੂੰ ਆਪਾਂ ਕਲੈਕਟਿਵਲੀ ਇੱਕ ਕੋਆਰਡੀਨੇਸ਼ਨ ਸਫੀਅਰ ਬੋਲਦੇ ਆ। ਆ ਜਿਹੜੀ ਸਕੁਆਇਰ ਬ੍ਰੈਕਟ ਦੇ ਅੰਦਰ ਸਾਰੀ ਚੀਜ਼ ਲਿਖੀ ਹੋਈ ਆ ਇਹਨੂੰ ਆਪਾਂ ਕੋਆਰਡੀਨੇਸ਼ਨ ਸਫੀਅਰ ਬੋਲਦੇ ਆ, ਠੀਕ ਹੈ ਜੀ। ਤਾਂ ਇੱਕ ਕੰਪਲੈਕਸ ਕੰਪਾਊਂਡ ਆਪਾਂ ਰਿਪੀਟ ਕਰਦੇ ਹਾਂ ਡੈਫੀਨੇਸ਼ਨ। ਕੰਪਲੈਕਸ ਕੰਪਾਊਂਡ ਕੀ ਹੁੰਦਾ ਹੈਗਾ, ਇਹਦੇ ਅੰਦਰ ਇੱਕ ਸੈਂਟਰਲ ਮੈਟਲ ਐਟਮ ਹੁੰਦਾ, ਠੀਕ ਹੈ, ਜਿਵੇਂ ਕਿ ਆਪਾਂ ਜਿਹੜੀ ਮੈਂ ਬੋਰਡ ਤੇ ਐਗਜ਼ਾਮਪਲ ਲਿਖੀ ਇਹਦੇ ਚ ਕੋਬਾਲਟ ਆ, ਤੇ ਇਹਦੇ ਨਾਲ ਕੁਝ ਜਿਹੜੇ ਆਪੋਜ਼ਿਟਲੀ ਚਾਰਜਡ ਆਇਨਸ ਜਾਂ ਨਿਊਟਰਲ ਮੋਲੀਕਿਊਲ ਲੱਗੇ ਹੁੰਦੇ ਆ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਲਿਗੈਂਡਸ ਕਵਾਂਗੇ। ਅੱਗੇ ਆਪਾਂ ਉਹਨਾਂ ਦੀ ਡੈਫੀਨੇਸ਼ਨ ਵੀ ਕਰਾਂਗੇ, ਬਟ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜਿਹੜੇ ਕੰਪਲੈਕਸਸ ਆ, ਠੀਕ ਹੈ, ਉਹ 3 ਟਾਈਪਸ ਦੇ ਹੁੰਦੇ ਆ। ਕੈਟਾਇਨਿਕ, ਐਨਾਇਨਿਕ ਤੇ ਨਿਊਟਰਲ, ਠੀਕ ਹੈ ਜੀ। ਕੈਟਾਇਨਿਕ, ਐਨਾਇਨਿਕ ਤੇ ਨਿਊਟਰਲ 3 ਟਾਈਪ ਦੇ ਆ। ਹੁਣ ਕੈਟਾਇਨਿਕ ਤਾਂ ਹੁੰਦੇ ਆ ਕਿ ਜਿਹੜਾ ਕੋਆਰਡੀਨੇਸ਼ਨ ਐਂਟੀਟੀ ਆ ਉਹਦੇ ਉੱਪਰ ਨੈਟ ਪੋਜ਼ਿਟਿਵ ਚਾਰਜ ਆ, ਠੀਕ ਹੈ, ਓਵਰਆਲ ਇਹਦੇ ਤੇ ਪੋਜ਼ਿਟਿਵ ਚਾਰਜ ਆ, ਜਿਵੇਂ ਆਪਣੇ ਕੋਲ ਹੈਗਾ CO NH3 6 ਤੇ ਇਹਦੇ ਉੱਪਰ ਓਵਰਆਲ 3 ਪੋਜ਼ਿਟਿਵ ਚਾਰਜ, ਠੀਕ ਹੈ ਜੀ। ਤਾਂ ਜਿਹਦੇ ਉੱਪਰ ਓਵਰਆਲ ਪੋਜ਼ਿਟਿਵ ਚਾਰਜ ਹੋਵੇ ਉਹ ਕੈਟਾਇਨਿਕ ਕੰਪਲੈਕਸ ਆ, ਠੀਕ ਹੈ। ਜਿਹਦੇ ਉੱਪਰ ਓਵਰਆਲ ਜਿੱਦਾਂ AgCN ਟਵਾਈਸ ਇਹਦੇ ਉੱਪਰ ਨੈਗੇਟਿਵ ਚਾਰਜ ਆ ਤੇ ਇਹ ਸਾਡੇ ਕੋਲ ਐਨਾਇਨਿਕ ਕੰਪਲੈਕਸ ਆ, ਠੀਕ ਹੈ। ਤੇ NiCO4 ਇਹ ਸਾਡੇ ਕੋਲ ਨਿਊਟਰਲ ਕੰਪਲੈਕਸ ਆ, ਠੀਕ ਹੈ, ਇਹਦੇ ਉੱਪਰ ਓਵਰਆਲ ਕੋਈ ਵੀ ਚਾਰਜ ਨਹੀਂ ਹੈਗਾ, ਸੋ ਇਹ ਸਾਡੇ ਕੋਲ ਹੈਗਾ ਨਿਊਟਰਲ ਕੰਪਲੈਕਸ, ਠੀਕ ਹੈ ਜੀ। ਕਲੀਅਰ ਹੈ ਸਾਰਿਆਂ ਨੂੰ? ਯੈਸ ਮੈਮ। ਨੈਕਸਟ ਉਹਨਾਂ ਨੇ ਸੈਂਟਰਲ ਐਟਮ ਜਾਂ ਆਇਨ ਦੀ ਡੈਫੀਨੇਸ਼ਨ ਦਿੱਤੀ ਹੋਈ ਆ ਕਿ ਐਟਮ ਔਰ ਆਇਨ ਟੂ ਵਿਚ ਅ ਫਿਕਸਡ ਨੰਬਰ ਆਫ ਨਿਊਟਰਲ ਮੋਲੀਕਿਊਲਸ ਔਰ ਆਇਨਸ ਆਰ ਅਟੈਚਡ, ਠੀਕ ਹੈ। ਜਿਹੜੇ ਐਟਮ ਦੇ ਨਾਲ ਡਿਫਰੈਂਟ ਜਿਹੜੇ ਫਿਕਸਡ ਨੰਬਰ ਆਫ ਐਂਟੀਟੀਜ਼ ਅਟੈਚਡ ਆ ਉਹਨੂੰ ਅਸੀਂ ਸੈਂਟਰਲ ਮੈਟਲ ਐਟਮ ਕਹਿੰਦੇ ਆ, ਠੀਕ ਹੈ। ਤੇ ਲਿਗੈਂਡ ਦੀ ਡੈਫੀਨੇਸ਼ਨ ਉਹਨੇ ਦਿੱਤੀ ਹੈ ਵੀ ਜਿਹੜੇ ਨਿਊਟਰਲ ਮੋਲੀਕਿਊਲ ਜਾਂ ਆਇਨਸ ਹੁੰਦੇ ਆ ਜਿਹੜੇ ਸੈਂਟਰਲ ਮੈਟਲ ਐਟਮ ਦੇ ਨਾਲ ਬੌਂਡਡ ਹੁੰਦੇ ਆ, ਜਿਵੇਂ ਇਹਦੇ ਚ CN ਟਵਾਈਸ ਆ, ਤਾਂ ਇਹ ਜਿਹੜੇ 2 CN ਗਰੁੱਪ ਆ ਇਹ ਲਿਗੈਂਡਸ ਆ, ਇਹਦੇ ਵਿੱਚ 6 NH3 ਗਰੁੱਪ ਆ ਇਹ ਲਿਗੈਂਡਸ ਆ, ਇਹਦੇ ਵਿੱਚ 4 ਕਾਰਬੋਨਿਲ ਗਰੁੱਪ ਆ ਜਿਹੜੇ ਉਹ ਲਿਗੈਂਡਸ ਆ, ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ ਟਾਈਪਸ ਆਫ ਲਿਗੈਂਡਸ, ਠੀਕ ਹੈ। ਨੈਕਸਟ ਟੌਪਿਕ ਲਿਗੈਂਡ ਪਤਾ ਲੱਗ ਗਿਆ ਕਿ ਕੀ ਹੁੰਦਾ ਹੈਗਾ? ਯੈਸ ਮੈਮ। ਹਾਂਜੀ, ਨੈਕਸਟ ਟੌਪਿਕ ਆ ਜਿਹੜਾ ਆਪਣੇ ਕੋਲ ਉਹ ਹੈਗਾ ਟਾਈਪਸ ਆਫ ਲਿਗੈਂਡਸ।
types of ligands। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਹੈਗਾ यूनिडेंटेट और मोनोडेंटेट। यूनिडेंटेट और मोनोडेंटेट। ठीक है, यूनि का मतलब ਹੁੰਦਾ वन सिंगल, ਤੇ ਉਹ ਕਹਿੰਦਾ ਵੀ ਜਿਹੜੇ ਲਿਗੈਂਡਸ ਜਿਹੜੇ ਆ ਸੈਂਟਰਲ ਮੈਟਲ ਐਟਮ ਦੇ ਨਾਲ ਲਿੰਕਡ ਹੁੰਦੇ ਆ ਥਰੂ ਓਨਲੀ ਵਨ ਡੋਨਰ ਐਟਮ। ਠੀਕ ਹੈ, ਉਹਨਾਂ ਦੇ ਅੰਦਰ ਕੋਈ ਸਿਰਫ ਇੱਕ ਡੋਨਰ ਐਟਮ ਹੁੰਦਾ ਹੈ, ਵਨ ਡੋਨਰ ਐਟਮ। ਮਤਲਬ ਕਿ ਸਿਰਫ ਇੱਕ ਕਹਿ ਲਓ ਐਟਮ ਜਿਹੜਾ ਇਦਾਂ ਦਾ ਹੁੰਦਾ ਵੀ ਜਿਹਦੇ ਕੋਲ ਨੈਗੇਟਿਵ ਚਾਰਜ ਆ ਜਾਂ ਲੋਨ ਪੇਅਰ ਆਫ ਇਲੈਕਟ੍ਰੋਨ ਆ ਜਿਹਦੇ ਥਰੂ ਉਹ ਬੌਂਡ ਬਣਾ ਸਕਦੇ ਆ। ਠੀਕ ਹੈ, ਜਿਵੇਂ ਹੁਣ ਆਪਣੇ ਕੋਲੇ ਹੈਗਾ Cn ਨੈਗੇਟਿਵ ਆ ਜਾਂ Cl ਨੈਗੇਟਿਵ ਆ। ਠੀਕ ਹੈ, ਆ ਨੈਗੇਟਿਵ ਚਾਰਜ ਦਾ ਮਤਲਬ ਇਹਦੇ ਕੋਲ ਐਕਸਟਰਾ ਪੇਅਰ ਆਫ ਇਲੈਕਟ੍ਰੋਨ ਹੋਏਗਾ ਤੇ ਇਹਦੇ ਥਰੂ ਹੀ ਇਹ ਬੌਂਡ ਬਣਾਏਗਾ ਸਿਰਫ Cl ਨੈਗੇਟਿਵ ਦੀ। ਠੀਕ ਹੈ, ਸੇਮ ਵੇ ਆਪਣੇ ਕੋਲ ਹੈਗਾ Cn ਨੈਗੇਟਿਵ। ਠੀਕ ਹੈ, ਤਾਂ ਇਹਦੇ ਕੋਲ ਨਾਈਟ੍ਰੋਜਨ ਦੇ ਉੱਪਰ ਜਿਵੇਂ ਨੈਗੇਟਿਵ ਸਾਰੇ ਦੇ ਉੱਪਰ ਹੀ ਚਾਰਜ ਹੈ ਨੈਗੇਟਿਵ, ਤਾਂ ਇਸ ਇਲੈਕਟ੍ਰੋਨ ਪੇਅਰ ਦੇ ਥਰੂ ਹੀ ਇਹਨੇ ਬੌਂਡ ਬਣਾਉਣਾ। ਠੀਕ ਹੈ, N ਦੇ ਥਰੂ ਹੀ ਇਹਨੇ ਬੌਂਡ ਬਣਾਉਣਾ, ਤਾਂ ਜਿਹਦੇ ਵਿੱਚ ਸਿਰਫ ਇੱਕ ਹੀ ਬੌਂਡਿੰਗ ਸਾਈਟ ਹੋਵੇ ਉਹਨੂੰ ਅਸੀਂ यूनिडेंटेट लिगेंड ਕਹਿੰਦੇ ਆ। ਠੀਕ ਹੈ, ਇਹਦੇ ਵਿੱਚ ਰਾਜੇ ਇੱਕ ਚੀਜ਼ ਮੈਂ ਹੋਰ ਦੱਸਣੀ ਸੀਗੀ, ਜਿਵੇਂ ਆਪਾਂ ਕੀਤਾ ਸੀਗਾ ਆਰਗੈਨਿਕ ਦੇ ਵਿੱਚ ਵੀ KCN ਦੇ ਨਾਲ ਜਦੋਂ ਰਿਐਕਸ਼ਨ ਹੁੰਦੀ ਸੀਗੀ ਪੋਟਾਸ਼ੀਅਮ ਸਾਇਨਾਈਡ ਦੇ ਨਾਲ, ਹਨਾ, ਤਾਂ ਉਦੋਂ ਤਾਂ ਆਪਾਂ ਕਹਿੰਦੇ ਸੀ ਵੀ ਸਾਇਨਾਈਡ ਗਰੁੱਪ ਵਾਲਾ ਕੋਈ ਵੀ ਬਣਦਾ ਸੀਗਾ, ਹੈਲੋ ਅਲਕੇਨ ਵਾਲੇ ਚੈਪਟਰ ਚ ਕੀਤਾ ਸੀ ਆਪਾਂ, ਤੇ ਜਦੋਂ AgCN ਨਾਲ ਰਿਐਕਸ਼ਨ ਕਰਦੇ ਸੀ ਤਾਂ ਉਦੋਂ NC ਨਾਲ ਬਣਦਾ ਸੀ। ਹੁਣ ਜਿਹੜਾ Cn ਨੈਗੇਟਿਵ ਆ ਉਹਦੇ ਵਿੱਚ ਬੌਂਡਿੰਗ ਸਾਈਟਸ ਦੋਨੋਂ ਹੋ ਸਕਦੀਆਂ, ਕਾਰਬਨ ਦੇ ਥਰੂ ਵੀ ਉਹ ਬੌਂਡ ਬਣਾ ਸਕਦਾ, ਨਾਈਟ੍ਰੋਜਨ ਦੇ ਥਰੂ ਵੀ ਬੌਂਡ ਬਣਾ ਸਕਦਾ। ਠੀਕ ਹੈ, ਕਈ ਵਾਰ ਆਪਾਂ ਨੂੰ ਇਹ ਚੀਜ਼ ਕਨਫਿਊਜ਼ ਕਰ ਦਿੰਦੀ ਹੈ, ਬਟ ਇਹਨੂੰ ਫਿਰ यूनिडेंटेट ਕਿਉਂ ਕਿਹਾ ਗਿਆ? ਕਿਉਂਕਿ ਇੱਕ ਟਾਈਮ ਤੇ ਜਾਂ ਤਾਂ ਇਹ ਕਾਰਬਨ ਦੇ ਥਰੂ ਬੌਂਡ ਬਣਾਉਂਦਾ ਜਾਂ ਨਾਈਟ੍ਰੋਜਨ ਦੇ ਥਰੂ ਬੌਂਡ ਬਣਾਉਂਦਾ। ਇੱਕ ਟਾਈਮ ਤੇ ਸਿਰਫ ਇੱਕ ਐਟਮ ਨੂੰ ਹੀ ਯੂਟਿਲਾਈਜ਼ ਕਰਦਾ ਹੈਗਾ ਫॉर ਬੌਂਡਿੰਗ। ਕਲੀਅਰ ਹੋ ਗਿਆ? Yes, ma'am. ਹਾਂਜੀ, ਨੈਕਸਟ ਆਪਣੇ ਕੋਲ ਹੈਗਾ डाइडेंटेट लिगेंड। Next is di or bidentate ligand। डाई और बाई नेम तो ही क्लियर है ਆਪਾਂ ਨੂੰ ਵੀ ਇਹ ਜਿਹੜਾ ਹੈਗਾ ਇਹਦੇ ਵਿੱਚ ਦੋ ਡੋਨਰ ਐਟਮ ਹੋਣਗੇ ਆਪਣੇ ਕੋਲੇ ਜਿਨ੍ਹਾਂ ਦੇ ਥਰੂ ਜਿਹੜਾ ਹੈਗਾ ਸੈਂਟਰਲ ਮੈਟਲ ਐਟਮ ਉਹ ਬੌਂਡ ਫਾਰਮੇਸ਼ਨ ਕਰ ਸਕਦਾ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਹੈਗਾ ਆਕਜ਼ੈਲੇਟ ਆਇਨ। ਆਕਜ਼ੈਲੇਟ ਆਇਨ ਦੇਖੋ ਕਿਵੇਂ ਹੁੰਦਾ ਹੈਗਾ, C इधर डबल बॉन्ड हुआ, इधर भी डबल बॉन्ड हुआ, इधर सिंगल हुआ। ठीक है, ਇਹਦੇ ਉੱਪਰ 2 ਨੈਗੇਟਿਵ ਚਾਰਜ ਆ ਤਾਂ ਆ ਦੋ ਆਕਸੀਜਨਸ ਦੇ ਥਰੂ ਇਹ ਬੌਂਡ ਬਣਾਏਗਾ। ਠੀਕ ਹੈ, ਇਸ ਕਰਕੇ ਇਹਨੂੰ ਅਸੀਂ ਡਾਈਡੈਂਟੇਟ ਲਿਗੈਂਡ ਕਹਿ ਦਿੰਦੇ ਹਾਂ। ਠੀਕ ਹੈ, ਕਲੀਅਰ ਹੋ ਗਿਆ ਜੀ? ਜਿਹਦੇ ਵਿੱਚ ਦੋ ਬੌਂਡਿੰਗ ਸਾਈਡਸ ਆ, ਇੱਕ ਟਾਈਮ ਤੇ ਉਹ ਦੋਨਾਂ ਐਟਮਸ ਨੂੰ ਯੂਜ਼ ਕਰ ਸਕਦਾ ਬੌਂਡਿੰਗ ਲਈ, ਉਹਨਾਂ ਨੂੰ ਅਸੀਂ ਡਾਈਡੈਂਟੇਟ ਲਿਗੈਂਡ ਕਹਿੰਦੇ ਹਾਂ। ਠੀਕ ਹੈ, ਤੇ ਲਾਸਟ ਤੇ ਸਾਡੇ ਕੋਲ ਆ ਜਾਂਦਾ ਹੈਗਾ ਪੋਲੀਡੈਂਟੇਟ ਲਿਗੈਂਡ। ਪੋਲੀ ਆਪਾਂ ਨੂੰ ਪਹਿਲਾਂ ਹੀ ਪਤਾ ਹੈਗਾ, ਪੋਲੀ ਵਰਡ ਦਾ ਮਤਲਬ ਹੁੰਦਾ ਮੈਨੀ। ਠੀਕ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੌਂਡਿੰਗ ਸਾਈਟਸ ਹੋਣਗੀਆਂ ਉਹਨਾਂ ਨੂੰ ਪੋਲੀਡੈਂਟੇਟ ਲਿਗੈਂਡ ਕਵਾਂਗੇ। 3 ਐਟਮ ਹੋ ਸਕਦੇ ਆ, 4 ਹੋ ਸਕਦੇ, 5, ਜਿੰਨੇ ਵੀ ਜ਼ਿਆਦਾ ਹੋਣਗੇ। ਠੀਕ ਹੈ, ਉਸ ਤੋਂ ਬਾਅਦ ਨਾ ਬੱਚੇ ਤੁਹਾਡੀ ਬੁੱਕ ਦੇ ਵਿੱਚ ਏਦਾਂ ਇੱਕ ਟੇਬਲ ਬਣਿਆ ਹੋਇਆ ਹੈਗਾ, ਮੇਬੀ ਤੁਹਾਨੂੰ ਵਿਜ਼ੀਬਲ ਹੈਗਾ, ਮੈਂ ਪੇਜ ਦੱਸਦੀ ਹਾਂ 880 ਪੇਜ ਤੇ ਟੇਬਲ ਬਣਿਆ ਹੋਇਆ ਹੈ ਨਾ ਸਾਰਿਆਂ ਦਾ, ਐਥਲੀਨ, ਡਾਈਅਮਾਈਨ, ਆਕਜ਼ੈਲੇਟ। ਇਹਨੂੰ ਜਸਟ ਰੀਡ ਕਰਨਾ ਹੈ, ਮੈਂ ਇਹ ਨਹੀਂ ਕਹਿੰਦੀ ਯਾਦ ਕਰਨਾ ਹੈਗਾ। ਜਿਵੇਂ ਇਹਦੇ ਵਿੱਚੋਂ ਪਹਿਲਾਂ ਦੇਖ ਲਓ ਐਥਲੀਨ, ਡਾਈਅਮਾਈਨ ਆ ਤੇ ਆਕਜ਼ੈਲੇਟ ਆਇਨ ਆ, ਇਹ ਦੋਨੋਂ ਇੰਪੋਰਟੈਂਟ ਆ। ਠੀਕ ਹੈ, ਤੇ ਇੱਕ ਇਹਦੇ ਵਿੱਚੋਂ ਲਾਸਟ ਅਗਲੇ ਪੇਜ ਤੇ ਲਾਸਟ ਲਿਖਿਆ ਹੋਇਆ ਨਾ EDTA, ਐਥਲੀਨ ਡਾਈਅਮਾਈਨ ਟੈਟਰਾਐਸੀਟੇਟ ਆਇਨ, ਇਹ ਵਾਲਾ ਦੇਖ ਲਿਓ। ਠੀਕ ਹੈ,
ਉਸ ਤੋਂ ਨੈਕਸਟ ਬਸ ਇਹਨੂੰ ਰੀਡ ਕਰਨਾ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਚੈਪਟਰ ਇਦਾਂ ਦਾ ਹੈ ਵੀ ਜਿਵੇਂ ਸਮਝੀ ਚੱਲੋ, ਐਂਡ ਤੇ ਜਦੋਂ ਆਪਾਂ ਨੇਮਿੰਗ ਕਰਾਂਗੇ ਤੁਹਾਨੂੰ ਸਾਰਾ ਸਮਝ ਲੱਗ ਜਾਊਗਾ ਵੀ ਮੈਂ ਇਹ ਸਾਰਾ ਕੁਝ ਕਿਉਂ ਸਮਝਾਇਆ ਸੀ। ਠੀਕ ਹੈ, ਨੈਕਸਟ ਆਪਣੇ ਕੋਲ ਟੌਪਿਕ ਹੈਗਾ ਰਾਜੇ ਚਿਲੇਸ਼ਨ ਐਂਡ ਡੈਂਟਿਸਿਟੀ। ਠੀਕ ਹੈ, ਉਸ ਤੋਂ ਨੈਕਸਟ ਪੇਜ 882 ਤੇ ਓਪਨ ਕਰੋ, ਚਿਲੇਸ਼ਨ एंड डेंटिसिटी। ठीक है, तो देखो कहना when a didentate or polydentate ligand uses its 2 or more donor atoms to bind to the same central atom forming a ring structure। कहने का मतलब की है कि जो डाइडेंटेट ligand आ, ठीक है, या polydentate मतलब कि जिहदे विच एक तो ज्यादा बाइंडिंग साइट्स आ, ਉਹ ਇੱਕੋ ਐਟਮ ਦੇ ਨਾਲ ਇਸ ਤਰੀਕੇ ਨਾਲ ਬਾਈਂਡ ਕਰਦਾ ਹੈ ਵੀ ਓਵਰਆਲ ਸਟਰਕਚਰ ਇੱਕ ਰਿੰਗ ਸਟਰਕਚਰ ਬਣ ਜਾਂਦਾ ਹੈ। ठीक है, क्लोज्ड स्ट्रक्चर बन जाता है, तो इस प्रोसेस को असी चिलेशन कहने हैं। ठीक है, चिलेशन ते जेड़ा वो लीगेंड आ ओनू चिलेटिंग लीगेंड कहते हैं। ठीक है, जिवें हुण अपने कोल हैगा CH2 NH2 एथिलीन डाइअमाइन। ठीक है, NH2 ਇਹਦੇ ਵਿੱਚ ਹੁਣ ਦੇਖੋ ਆ ਐਨ ਵੀ ਬਾਈਂਡ ਕਰ ਸਕਦੀ ਆ, ਆ ਐਨ ਵੀ ਬਾਈਂਡ ਕਰ ਸਕਦੀ ਆ। ਮੰਨ ਲਓ ਇਹ ਕਿਸੇ ਇੱਕ ਪੋਟਾਸ਼ੀਅਮ ਦੇ ਨਾਲ ਰਿਐਕਟ ਕਰਦੇ ਆ, ਕਿਸੇ ਦੇ ਨਾਲ ਵੀ ਰਿਐਕਟ ਕਰਨਗੇ ਸੈਂਟਰਲ ਮੈਟਲ ਐਟਮ ਦੇ ਨਾਲ, ਤਾਂ ਇਹ ਪੂਰਾ ਜਿਹੜਾ ਸਟਰਕਚਰ ਆ ਉਹ ਕਲੋਜ਼ਡ ਬਣ ਜਾਏਗਾ ਨਾ, ਇੱਕ ਬੰਦ ਹੋ ਜਾਏਗਾ ਸਟਰਕਚਰ ਪੂਰਾ। ਜਾਂ ਪਲੈਟੀਨਮ ਦੇ ਨਾਲ ਰਿਐਕਟ ਕਰਦੇ ਆ, ਕਿਸੇ ਵੀ ਮੈਟਲ ਐਟਮ ਦੇ ਨਾਲ ਰਿਐਕਟ ਕਰਦੇ ਆ ਤੇ ਇੱਕ ਰਿੰਗ ਸਟਰਕਚਰ ਬਣ ਜਾਂਦਾ ਹੈ। ਇਹਨੂੰ ਆਪਾਂ ਇਸ ਪ੍ਰੋਸੈਸ ਨੂੰ ਚਿਲੇਸ਼ਨ ਕਹਿੰਦੇ ਆ, ਜਿਹੜੀ ਚੀਜ਼ ਬਣਦੀ ਆ ਉਹਨੂੰ ਚੀਲੇਟ ਕਹਿੰਦੇ ਆ। ਤੇ ਇਹ ਜਿਹੜਾ ਐਥਲੀਨ ਡਾਇਆਮਾਈਨ ਆ CH2 NH2 ਇਹਨੂੰ ਆਪਾਂ ਕਹਿੰਦੇ ਆ ਚਿਲੇਟਿੰਗ ਲੀਗੈਂਡ। ਠੀਕ ਹੈ, ਇਹਦੀਆਂ ਵੀ ਫਰਦਰ ਉਹਨਾਂ ਨੇ ਟਾਈਪਸ ਦੱਸੀਆਂ ਹੈਗੀਆਂ, ਬਸ ਵੈਸੇ ਮੇਨ ਤਾਂ ਇਹਦਾ ਪ੍ਰੋਸੈਸ ਹੀ ਹੈ। ਠੀਕ ਹੈ, ਦੂਜਾ ਉਹਨੇ ਕਿਹਾ ਹੈਗਾ ਡੈਂਟਿਸਿਟੀ, एक टर्म यूज की है डेंटिसिटी। डेंटिसिटी का मतलब हैगा भी जिहड़ा चिलेटिंग लीगेंड आ वो अपने किन्ने डोनर एटम यूज कर रहा हैगा बाइंड होने वास्ते। ठीक है, किन्ने नंबर ऑफ कोऑर्डिनेटिंग या लिगेटिंग ग्रुप्स प्रेजेंट है एक लीगेंड च, किन्ने यूज कर रहे हैं, जिवें इहदे विच 2 यूज हो रहे हैं। ठीक है, तो इहनूं असीं डाइडेंटेड चिलेशन कहने हैं। जे किसी दे विच 3 होणगे तां उहनूं टरडेंटेड चिलेशन कहंदे आ, जे 4 होणगे तां टेट्रा डेंटेड चिलेशन कहते हैं। क्लियर हो गया रजे टॉपिक चिलेशन वाला इंपॉर्टेंट आ। हाँ जी बच्चे क्लियर हो गया? सुमन क्लियर हो गया बच्चे? यस मैम। ओके, नेक्स्ट ਆਪਾਂ करना है ਇਹਦੇ ਵਿੱਚ इंपॉर्टेंट डेफिनेशन आ which is ambident ligands। ambident ligands। ठीक है, ambident ligand ਕਿਹੜੇ ਹੁੰਦੇ ਆ? ਜਿਹੜੇ monodentate ligand ਕੋਆਰਡੀਨੇਟ ਕਰ ਸਕਦੇ ਆ ਇੱਕ ਤੋਂ ਜ਼ਿਆਦਾ ਸਾਈਡ ਦੇ ਥਰੂ, ਜਿਵੇਂ ਮੈਂ ਤੁਹਾਨੂੰ CN ਦੀ ਐਗਜ਼ਾਮਪਲ ਦਿੱਤੀ ਸੀ। CN ਨੈਗੇਟਿਵ ਜਿਹੜਾ ਸੀਗਾ ਉਹ ਇੱਕ ਐਮਬੀਡੈਂਟ ਲਿਗੈਂਡ ਆ, ਹੁੰਦੇ ਤਾਂ ਮੋਨੋਡੈਂਟੇਟ ਆ ਬਟ ਉਹਨਾਂ ਵਿੱਚ ਬੌਂਡਿੰਗ ਸਾਈਡਸ ਇੱਕ ਤੋਂ ਜ਼ਿਆਦਾ ਹੁੰਦੀਆਂ। ਠੀਕ ਹੈ, ਉਹਨਾਂ ਨੂੰ ਐਮਬੀਡੈਂਟ ਲਿਗੈਂਡ ਕਹਿੰਦੇ ਆ। ਬਾਕੀ ਜਿੰਨੇ ਟੋਟਲ ਨੰਬਰ ਆਫ ਲਿਗੈਂਡਸ ਅਟੈਚਡ ਆ ਉਹਨਾਂ ਨੂੰ ਅਸੀਂ ਕੋਆਰਡੀਨੇਸ਼ਨ ਨੰਬਰ ਕਹਿੰਦੇ ਆ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਉਹਦੇ ਚ ਦੱਸਿਆ ਸੀ ਵੀ ਜਿਹੜੇ ਨੀਅਰੈਸਟ ਨੇਬਰਸ ਹੁੰਦੇ ਆ ਉਹਨਾਂ ਨੂੰ ਕੋਆਰਡੀਨੇਸ਼ਨ ਨੰਬਰ ਕਹਿੰਦੇ ਆ। ਫॉर एग्जांपल ਆਪਣੇ ਕੋਲ ਹੈਗਾ AG CN2 ਨੈਗੇਟਿਵ, ਤੇ ਇਹਦੇ ਵਿੱਚ CN 2 ਲੱਗੇ ਆ ਤੇ ਇਹਦਾ ਕੋਆਰਡੀਨੇਸ਼ਨ ਨੰਬਰ 2 ਆ। ਠੀਕ ਹੈ, ਜੇ ਕਿਤੇ 3 ਗਰੁੱਪਸ ਲੱਗੇ ਹੋਏ ਆ ਨਾਲ, ਜਿੰਨੇ ਗਰੁੱਪਸ ਲੱਗੇ ਹੋਏ ਆ ਉਹਨਾਂ ਉਹਦਾ ਕੋਆਰਡੀਨੇਸ਼ਨ ਨੰਬਰ ਬਣ ਜਾਏਗਾ। ਠੀਕ ਹੈ ਜੀ, ਕਲੀਅਰ ਹੈ ਬਈ? ਨੈਕਸਟ ਆਪਣੇ ਕੋਲ ਆ ਜਾਂਦਾ ਆਕਸੀਡੇਸ਼ਨ ਨੰਬਰ। ਠੀਕ ਹੈ, ਆਕਸੀਡੇਸ਼ਨ ਨੰਬਰ ਜਿਵੇਂ ਆਪਾਂ ਪਹਿਲਾਂ ਫਾਈਂਡ ਕਰਦੇ ਸੀ ਉਵੇਂ ਹੀ ਫਾਈਂਡ ਕਰਨਾ ਹੈਗਾ। ਆਪਣੀ ਬੁੱਕ ਦੇ ਵਿੱਚ ਨਾ ਇੱਕ ਟੇਬਲ ਬਣਿਆ ਹੋਇਆ ਜਿਹਦੇ ਵਿੱਚ ਸਾਰਿਆਂ ਦੇ ਚਾਰਜ ਦਿੱਤੇ ਹੋਏ ਆ ਇਹਨਾਂ ਗਰੁੱਪਸ ਦੇ। ਠੀਕ ਹੈ, ਆਪਾਂ ਇੱਕ ਸੋਲਵ ਕਰ ਲੈਂਦੇ ਆ।
ਬਾਕੀ ਜਿਹੜੇ ਚਾਰਜ ਮਤਲਬ ਯਾਦ ਕਰਨੇ ਆ ਉਹ ਤੁਸੀਂ ਉੱਥੋਂ ਕਰ ਲਿਓ ਜੀ। ਜਿਵੇਂ ਸਾਡੇ ਕੋਲ ਹੈਗਾ ਨਿਕਲ Ni NH3 6 2 ਪੋਜ਼ਿਟਿਵ। ਠੀਕ ਹੈ, ਤਾਂ ਤੁਸੀਂ ਦੇਖੋ ਵੀ ਆਪਣੇ ਕੋਲੇ ਕੀ ਹੈਗਾ, ਨਿਕਲ ਦਾ ਆਪਾਂ ਫਾਈਂਡ ਕਰਨਾ ਇਹਦੇ ਵਿੱਚ ਆਕਸੀਡੇਸ਼ਨ ਸਟੇਟ ਕੀ ਹੈ, ਇਹਦੀ ਆਪਾਂ x ਲੈਟ ਕਰ ਲਈ ਤੇ ਜਿਹੜਾ NH3 ਹੁੰਦਾ ਇਹਦੀ 0 ਹੁੰਦੀ ਹੈ। ਠੀਕ ਹੈ, ਤਾਂ x ਦਾ ਇੱਕ ਹੀ ਐਟਮ ਆ ਨਿਕਲ ਦਾ ਪਲੱਸ 0 ਮਲਟੀਪਲਾਈ ਬਾय 6 NH3 ਦੇ 6 ਐਟਮ ਆ। ਠੀਕ ਹੈ, ਇਹਦੇ ਵਿੱਚ ਰਾਜੇ NH3 ਨੂੰ ਇਕੱਠਾ ਹੀ ਲੈਣਾ ਆਪਾਂ। ਆਪਣੇ ਕੋਲ ਨਾ ਲਿਸਟ ਆ ਜਿਹੜੀ ਉਹਦੇ ਵਿੱਚ ਸਾਰਿਆਂ ਦੇ ਇਦਾਂ ਹੀ ਆ, ਜਿਵੇਂ H2O ਦਾ ਕਿੰਨਾ ਹੋਏਗਾ, ਸਾਰਿਆਂ ਦੇ ਮਤਲਬ ਆਕਸੀਡੇਸ਼ਨ ਸਟੇਟਸ ਦਿੱਤੀਆਂ ਹੋਈਆਂ। ਠੀਕ ਹੈ, ਤੇ ਇਹਨੂੰ ਆਪਾਂ ਚਾਰਜ ਜਿੰਨਾ ਦਿੱਤਾ ਉਹਦੇ ਇਕੁਅਲ ਰੱਖ ਲੈਣਾ 2 ਪੋਜ਼ਿਟਿਵ ਦੇ। ਠੀਕ ਹੈ, 2 ਪੋਜ਼ਿਟਿਵ ਲਿਖਣ ਦੀ ਲੋੜ ਨਹੀਂ, ਜਿਹੜਾ ਆਪਾਂ 2 ਲਿਖਾਂਗੇ ਮਤਲਬ ਉਹ ਪਲੱਸ 'ਚ ਹੀ ਹੋਏਗਾ। ਤੇ ਹੁਣ ਤੁਸੀਂ ਦੇਖੋ ਵੀ ਜਿਹੜਾ ਆਪਣੇ ਕੋਲ x + 0 ਹੀ ਹੋ ਜਾਏਗਾ। ਠੀਕ ਹੈ, ਉਹ ਬਰਾਬਰ ਹੋ ਜਾਏਗਾ 2 ਦੇ, ਤੇ x ਵੀ ਬਰਾਬਰ 2 ਆ ਗਿਆ। ਤਾਂ ਇਹਦਾ ਮਤਲਬ ਜਿਹੜਾ ਆਕਸੀਡੇਸ਼ਨ ਸਟੇਟ ਸੀਗੀ ਸਾਡੇ ਕੋਲੇ ਨਿਕਲ ਦੀ ਉਹ 2 ਆ ਗਈ। ਠੀਕ ਹੈ, ਸਮਝ ਲੱਗ ਗਈ? ਹਾਂਜੀ मैम। ਹਾਂਜੀ, ਇੱਥੋਂ ਤੱਕ ਤੁਸੀਂ ਦੇਖੋ। ਠੀਕ ਹੈ, ਅੱਜ ਆਪਾਂ ਇੱਥੋਂ ਤੱਕ ਹੀ ਕਰਾਂਗੇ, ਕੱਲ ਆਪਾਂ ਨੈਕਸਟ ਨੇਮਿੰਗ ਸ਼ੁਰੂ ਕਰਾਂਗੇ। ਤੇ ਉਹਦੇ ਵਿੱਚ ਜਿਹੜਾ ਨੈਕਸਟ ਪੇਜ ਤੇ ਨਾ ਟੇਬਲ ਦਿੱਤਾ ਹੋਇਆ ਹੈਗਾ, ਉਹਨਾਂ ਨੇ ਨੈਗੇਟਿਵ ਲਿਗੈਂਡਸ, ਪੇਜ ਨੰਬਰ 887 ਆ ਮੇਰੀ ਬੁੱਕ ਦਾ, ਤੇ ਉਹਦਾ ਹੈਡਿੰਗ ਹੈਗਾ ਰੂਲਸ ਫॉर ਨੇਮਿੰਗ ਦਾ ਕੋਆਰਡੀਨੇਸ਼ਨ ਕੰਪਾਊਂਡ। ਉਹਦੇ ਵਿੱਚ 3rd ਪੁਆਇੰਟ ਆ ਨੈਗੇਟਿਵ ਲਿਗੈਂਡਸ ਵਾਲਾ, ਪੋਜ਼ਿਟਿਵ ਵਾਲਾ, ਨਿਊਟਰਲ ਵਾਲਾ। ਜਿਹੜਾ ਨਿਊਟਰਲ ਵਾਲਾ ਉਹਨਾਂ ਦਾ ਚਾਰਜ 0 ਲੈਣਾ, ਜਿਹੜੇ ਨੈਗੇਟਿਵ ਵਾਲੇ ਆ ਜਿੰਨਾ ਉਹਦੇ ਉੱਪਰ ਚਾਰਜ ਆ ਉਹਨਾਂ ਆਪਾਂ ਆਕਸੀਡੇਸ਼ਨ ਸਟੇਟ ਲੈਣੀ ਆ ਉਹਦੀ। ਠੀਕ ਹੈ, ਇਹਨੂੰ ਇੱਕ ਵਾਰ ਰੀਡ ਕਰਿਓ, ਵੈਸੇ ਮੈਂ ਕੱਲ ਪੜਾਉਂਗੀ ਇਹ ਨੋਮਨਕਲੇਚਰ। ਠੀਕ ਹੈ, हाँ जी। ਓਕੇ, ਥੈਂਕ ਯੂ ਵੈਰੀ ਮਚ।